ਸਤਿ ਸ੍ਰੀ ਅਕਾਲ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਲੋਕਰਾਣ ਚੈਨਲ ਪੰਜਾਬੀ ਦੇ ਪ੍ਰੋਗਰਾਮ ਸਿੱਧੇ ਸਵਾਲ ਦੇ ਵਿੱਚ ਮੇਰੇ ਨਾਲ ਸਿਆਸੀ ਮਾਹਰ ਡਾਕਟਰ ਭੀਮਿੰਦਰ ਸਿੰਘ ਮੌਜੂਦ ਨੇ। ਗੱਲਬਾਤ ਅਸੀਂ ਕਰਾਂਗੇ ਕਿ ਕਰਨਾਲ ਦੇ ਵਿੱਚ ਕਿਸਾਨਾਂ ਦੇ ਵੱਲੋਂ ਅਣਮਿੱਥੇ ਸਮੇਂ ਦੇ ਲਈ ਸੰਘਰਸ਼ ਦੀ ਸ਼ੁਰੂਆਤ ਕੀਤੀ ਗਈ ਹੈ। ਸਰਕਾਰ ਨਾਲ ਗੱਲਬਾਤ ਹੋਈ ਪਰ ਉਹ ਕਿਸੇ ਨੇਪਰੇ ਨਹੀਂ ਚੜੀ। ਸਰਕਾਰੀ ਅਧਿਕਾਰੀਆਂ ਦੇ ਨਾਲ ਜੋ ਕੁਝ ਹੋਇਆ, ਜੋ ਕੁਝ ਅੰਦਰ ਕਮਰੇ ਵਿੱਚ ਗੱਲਬਾਤ ਹੋਈ, ਕਈ ਘੰਟੇ ਲਗਾਤਾਰ ਚੱਲੀ, ਉਹਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਕਿਸਾਨ ਉੱਤੇ ਆਪਣੇ ਤੰਬੂ ਗੱਡ ਕੇ ਬੈਠੇ ਨੇ। ਮੋਰਚਾ ਹੁਣ ਦਿੱਲੀ ਦੇ ਨਾਲ ਹਰਿਆਣੇ ਦੇ ਕਰਨਾਲ ਦੇ ਵਿੱਚ ਵੀ ਸ਼ੁਰੂ ਹੋ ਚੁੱਕਿਆ ਹੈ। ਖੱਟਰ ਸਰਕਾਰ ਕੀ ਕਹਿੰਦੀ ਆ ਉਹਦੇ ਉੱਤੇ ਵੀ ਗੱਲਬਾਤ ਕਰਾਂਗੇ। ਆਖਿਰਕਾਰ ਐਸਪੀਐਮ ਦੇ ਉੱਤੇ ਪਰਚਾ ਕਿਉਂ ਨਹੀਂ ਹੋ ਰਿਹਾ, ਜਦੋਂ ਸਰਕਾਰ ਇਹ ਮੰਨਦੀ ਆ ਕਿ ਜੋ ਕੁਝ ਵੀਡੀਓ ਦੇ ਵਿੱਚ ਕਿਹਾ ਗਿਆ ਉਹ ਗਲਤ ਆ। ਜੇ ਗਲਤ ਆ ਤਾਂ ਫਿਰ ਪਰਚਾ ਕਿਉਂ ਨਹੀਂ ਹੋ ਰਿਹਾ। ਇੱਕ ਕਿਸਾਨ ਦੀ ਮੌਤ ਹੋ ਜਾਂਦੀ ਹੈ ਦਿਲ ਦਾ ਦੌਰਾ ਪੈਣ ਦੇ ਨਾਲ, ਕਿਉਂਕਿ ਲਾਠੀ ਚਾਰਜ ਹੋਇਆ ਸੀ। ਇਸ ਕਰਕੇ ਉਹ ਸਾਰਾ ਕੁਝ ਜਿਹੜਾ ਘਟਨਾਕ੍ਰਮ ਇਹ ਹੋਰ ਵੀ ਅੱਗੇ ਵੱਧ ਚੁੱਕਿਆ। ਨਵੀਆਂ ਤਸਵੀਰਾਂ ਆ ਰਹੀਆਂ ਨੇ ਸਾਹਮਣੇ। ਇਹਦੇ ਵਿਚਾਲੇ ਪੰਜਾਬ ਦੀ ਸਿਆਸਤ ਦੇ ਉੱਤੇ ਬੀਜੇਪੀ ਦਾ ਪ੍ਰਭਾਵ, ਜਿਹੜਾ ਨਵੇਂ ਇੰਚਾਰਜ ਜਿਹੜੇ ਨੇ ਪੰਜਾਬ 'ਚ ਨਵੀਆਂ ਡਿਊਟੀਆਂ ਲਾਈਆਂ ਗਈਆਂ ਚੋਣਾਂ ਨੂੰ ਦੇਖਦੇ ਆ। ਜੇਪੀ ਨੱਡਾ ਹੋਣਾ ਨੇ ਲਿਸਟ ਜਾਰੀ ਕੀਤੀ ਹੈ, ਉਹਦੇ ਵਿੱਚ ਹਰਦੀਪ ਸਿੰਘ ਪੁਰੀ ਹੋਣੀ ਸਹਿ ਇੰਚਾਰਜ ਜਿਹੜੇ ਨਾਲ ਲਾਏ ਗਏ ਨੇ। ਇੱਕ ਪ੍ਰਧਾਨ ਨਿਯੁਕਤ ਕੀਤੇ ਗਏ ਨੇ। ਮਤਲਬ ਕਿ ਇਸ ਸਭ ਦੇ ਵਿਚਾਲੇ ਜਦੋਂ ਅਸੀਂ ਤਸਵੀਰਾਂ ਪਿਛਲੀਆਂ ਵੀ ਦੇਖਦੇ ਆ ਕਿ ਗਵਰਨਰ ਸਾਹਿਬ ਦੀ ਨਿਯੁਕਤੀ, ਜਿਹੜੇ ਨਵੇਂ ਗਵਰਨਰ ਲਾਏ ਗਏ ਨੇ, ਇਹ ਸਾਰਾ ਕੁਝ ਕੀ ਇਸ਼ਾਰਾ ਕਰਦਾ ਪੰਜਾਬ ਦੀ ਸਿਆਸਤ ਵੱਲ। ਬੀਜੇਪੀ ਦੇ ਸਿਆਸੀ ਜਿਹੜੇ ਰਣਨੀਤੀਕਾਰ ਨੇ ਉਹ ਕੀ ਕੁਝ ਕਰ ਰਹੇ ਨੇ ਅੱਗੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਸੰਦਰਭ ਦੇ ਵਿੱਚ। ਜਦੋਂ ਐਮਐਸਪੀ ਦੇ ਵਿੱਚ ਵਾਧਾ ਕੀਤਾ, ਕਣਕ ਦੀ ਐਮਐਸਪੀ ਜਿਹੜੀ ਆ ਉਹ 40 ਰੁਪਏ ਤੇ ਸਰੋਂ ਦੀ ਐਮਐਸਪੀ ਦੇ ਵਿੱਚ 400 ਰੁਪਏ ਦਾ ਵਾਧਾ ਕੀਤਾ, ਜਦਕਿ ਪੰਜਾਬ 'ਚ ਸਰੋਂ ਦੀ ਖੇਤੀ ਬਹੁਤ ਘੱਟ ਹੁੰਦੀ ਹੈ। ਇਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਸ਼ੁਕਰੀਆ। ਡਾਕਟਰ ਸਾਹਿਬ ਕਿੱਦਾਂ ਦੇਖਦੇ ਹੋ? ਕਰਨਾਲ ਦੀ ਗੱਲਬਾਤ ਤੋਂ ਸ਼ੁਰੂ ਕਰਦੇ ਆ ਕਿ ਕਿਸੇ ਤਣ ਪੱਤਨ ਲੱਗਦਾ ਕੁਝ ਨਜ਼ਰ ਨਹੀਂ ਆ ਰਿਹਾ। ਸੁਖਵਿੰਦਰ ਜੀ, ਇਹ ਕੋਈ ਪਹਿਲੀ ਘਟਨਾ ਨਹੀਂ ਹੈ ਕਿ ਕਰਨਾਲ ਦੀ ਜਿਹੜੀ ਕੱਲ ਦੀ ਜਿਹੜੀਆਂ ਘਟਨਾਵਾਂ ਨੇ, ਲਗਾਤਾਰ ਇਹ ਵੱਧ ਰਿਹਾ ਹੈ ਜਿਹੜਾ ਮੋਰਚਾ। ਬੀਜੇਪੀ ਇਹ ਸਾਰੇ ਮੋਰਚੇ ਨੂੰ, ਇਸ ਸਾਰੇ ਸੰਘਰਸ਼ ਨੂੰ ਸਮਝਣ ਦੇ ਤੋਂ ਅਸਮਰਥ ਰਹੀ ਹੈ। ਉਹਨੂੰ ਲੱਗਦਾ ਹੈ ਕਿ ਜਿਵੇਂ ਸ਼ਾਹੀਨ ਬਾਗ ਦਬਾ ਲਿਆ, ਜਿਵੇਂ ਕਸ਼ਮੀਰ ਦੇ ਵਿੱਚ 370 ਦੀ ਧਾਰਾ ਹਟਾ ਦਿੱਤੀ ਗਈ, ਔਰ ਉਸੇ ਤਰ੍ਹਾਂ ਅਸੀਂ ਕਿਸਾਨਾਂ ਨੂੰ ਵੀ ਦਬਾ ਲਾਂਗੇ। ਸ਼ੁਰੂ ਦੇ ਵਿੱਚ ਉਹਨਾਂ ਨੂੰ ਇਹ ਲੱਗਦਾ ਸੀਗਾ, ਪਰ ਹੌਲੀ ਹੌਲੀ ਉਹਨਾਂ ਨੇ ਉਹ ਕਹਿਣ ਲੱਗੇ ਕਿ ਇਹ ਤਾਂ ਜਿਹੜਾ ਹੈਗਾ ਇਹ ਤਾਂ ਨਕਸਲਾਈਟ ਨੇ, ਇਹ ਤਾਂ ਜਿਹੜੇ ਨੇ ਸਿਰਫ ਖਾਲਿਸਤਾਨੀ ਲੋਕ ਹੀ ਨੇ। ਫਿਰ ਇਹ ਕਹਿਣ ਲੱਗੇ ਤਾਂ ਸਿਰਫ ਪੰਜਾਬ ਹੈ, ਫਿਰ ਕਹਿਣ ਲੱਗੇ ਕਿ ਤਾਂ ਪੰਜਾਬ ਤੇ ਹਰਿਆਣਾ ਹੈ, ਫਿਰ ਇਹਨੂੰ ਯੂਪੀ ਨੂੰ ਵੀ ਨਾਲ ਜੋੜ ਲਿਆ, ਫਿਰ ਉੱਤਰਾਖੰਡ, ਫਿਰ ਰਾਜਸਥਾਨ। ਯਾਨੀ ਕਹਿਣ ਤੋਂ ਭਾਵ ਜੇ ਤੁਸੀਂ ਇਹਨੂੰ ਇੱਕ ਇੱਕ ਕਰਕੇ ਸਮਝੋਗੇ ਤਾਂ ਬੀਜੇਪੀ ਸਰਕਾਰ, ਖਾਸ ਤੌਰ ਤੇ ਚਾਹੇ ਉਹ ਪੰਜਾਬ ਦੀ ਬੀਜੇਪੀ ਹੋਵੇ, ਚਾਹੇ ਸੈਂਟਰ ਦੀ ਬੀਜੇਪੀ ਹੋਵੇ, ਚਾਹੇ ਹਰਿਆਣੇ ਦੀ ਬੀਜੇਪੀ ਹੋਵੇ, ਚਾਹੇ ਯੂਪੀ ਦੀ ਬੀਜੇਪੀ ਹੋਵੇ, ਚਾਹੇ ਉੱਤਰਾਖੰਡ ਦੀ ਬੀਜੇਪੀ ਸਰਕਾਰ ਹੋਵੇ, ਇਹਨਾਂ ਸਾਰੀਆਂ ਸਰਕਾਰਾਂ ਨੇ ਇਸ ਸੰਘਰਸ਼ ਨੂੰ ਬਹੁਤ ਛੋਟੇ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕੀਤੀ। ਇਹ ਸਾਰੇ ਸੰਘਰਸ਼ ਨੂੰ, ਇਹਦੀ ਨੇਚਰ ਨੂੰ, ਇਹਦੀ ਪ੍ਰਕਿਰਤੀ ਨੂੰ ਉਹ ਸਮਝ ਨਹੀਂ ਪਾਏ। ਨਤੀਜਾ ਕੀ ਨਿਕਲ ਰਿਹਾ? ਨਤੀਜਾ ਇਸ ਵੇਲੇ ਇਸ ਨਾ ਸਮਝੀ ਦਾ ਇਹ ਨਿਕਲ ਰਿਹਾ ਹੈ ਕਿ ਲਗਾਤਾਰ ਬੀਜੇਪੀ ਨੂੰ ਜਿਹੜਾ ਹੈਗਾ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਆਪਾਂ ਪੰਜਾਬ ਤੋਂ ਸ਼ੁਰੂ ਕਰਦੇ ਹਾਂ। ਪੰਜਾਬ ਦੇ ਵਿੱਚ ਤੁਸੀਂ ਦੇਖੋਗੇ ਕਿ ਲਗਭਗ 1 ਸਾਲ ਤੋਂ ਬੀਜੇਪੀ ਦਾ ਜੋ ਗ੍ਰਾਫ ਗਿਰਿਆ ਹੈ, ਔਰ 26 ਸਾਲਾਂ ਦਾ ਜੋ ਗੱਠਜੋੜ ਸੀਗਾ ਅਕਾਲੀ ਦਲ ਦੇ ਨਾਲ ਪਹਿਲਾਂ, ਉਹ ਟੁੱਟਿਆ, ਗ੍ਰਾਫ ਬੁਰੀ ਤਰ੍ਹਾਂ ਗਿਰਿਆ। ਅੱਜ ਹਾਲਾਤ ਇਹ ਪੈਦਾ ਹੋ ਗਏ ਨੇ ਪੰਜਾਬ ਦੇ ਵਿੱਚ ਕਿ ਬੀਜੇਪੀ ਨੂੰ ਹੋ ਸਕਦਾ ਹੈ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ 117 ਬੰਦੇ ਦਿਖਾਈ ਨਾ ਦੇਣ, ਉਹਦੇ ਨਾਲ ਜਿਹੜੇ ਨਾ ਰਲਣ, ਉਹਨਾਂ ਨੂੰ ਮਿਲਣ ਨਾ। ਸੋ ਦੂਜੇ ਪਾਸੇ ਤੁਸੀਂ ਹਰਿਆਣੇ 'ਚ ਆ ਜਾਓ। ਹਰਿਆਣੇ ਦੇ ਵਿੱਚ ਤੁਸੀਂ ਦੇਖੋਗੇ ਕਿ ਲਗਾਤਾਰ ਜੇਜੇਪੀ ਵਾਲਿਆਂ ਦੇ ਵਿੱਚੋਂ ਲੋਕ ਜਿਹੜੇ ਨੇ ਖਿਸਕਦੇ ਨਜ਼ਰ ਆ ਰਹੇ ਨੇ। ਬਹੁਤ ਸਾਰੇ ਜਿਹੜੇ ਜੇਜੇਪੀ ਦੇ ਲੀਡਰ ਨੇ ਉਹਨਾਂ ਨੇ ਅਸਤੀਫੇ ਦਿੱਤੇ ਨੇ, ਔਰ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਬੀਜੇਪੀ ਦੇ ਵਿੱਚ ਵੀ ਜਿਹੜਾ ਹੈਗਾ ਵੱਖ-ਵੱਖ ਜਿਹੜੇ ਨੇ ਧੜੇਬੰਦੀ ਦੀ ਜਿਹੜੀ ਹੈਗੀ ਸ਼ਿਕਾਰ ਹੋਈ ਹੈ ਹਰਿਆਣੇ ਦੇ ਵਿੱਚ। ਔਰ ਉਹਦੇ ਨਤੀਜਾ ਕੀ ਨਿਕਲ ਰਿਹਾ ਹੈ ਕਿ ਕਿਸਾਨਾਂ ਦੇ ਵਿੱਚ ਜਿਹੜੀ ਹੈਗੀ ਨਿਰਾਸ਼ਾ ਵੱਧ ਰਹੀ ਹੈ, ਔਰ ਬੀਜੇਪੀ ਦੀਆਂ ਜਿਹੜੀਆਂ ਟੁੱਟਣ ਦੀਆਂ ਜਿਹੜੀਆਂ ਸੰਭਾਵਨਾਵਾਂ ਜਲਦੀ ਜਿਹੜੇ ਆਪਾਂ ਅਗਲੇ ਦਿਨਾਂ ਦੇ ਵਿੱਚ ਉਹ ਨਜ਼ਰ ਆਉਂਦੀਆਂ ਨੇ। ਇਸੇ ਤਰ੍ਹਾਂ ਤੁਸੀਂ ਜਦੋਂ ਯੂਪੀ ਦੇ ਵਿੱਚ ਜਾਂਦੇ ਹੋ, ਜਦੋਂ ਤੁਸੀਂ ਯੂਪੀ ਦੀ ਮੁਜ਼ੱਫਰਨਗਰ ਵਾਲੀ ਰੈਲੀ ਦੇਖਦੇ ਹੋ, ਲੱਖਾਂ ਲੋਕਾਂ ਦਾ ਇਕੱਠ ਦੇਖਦੇ ਹੋ, ਉੱਥੋਂ ਇਹ ਨਜ਼ਰ ਆ ਰਿਹਾ ਕਿ 22 ਦੀਆਂ ਚੋਣਾਂ ਦੇ ਵਿੱਚ ਹੋ ਸਕਦਾ ਹੈ ਕਿ ਯੂਪੀ ਦੇ ਵਿੱਚ ਕੋਈ ਵੱਡੀ ਜਿਹੜੀ ਹੈਗੀ ਹੈ, ਬਹੁਤ ਵੱਡੀ ਜਿਹੜੀ ਹੈਗੀ ਹਾਰ ਬੀਜੇਪੀ ਨੂੰ ਹੋਵੇ, ਔਰ ਉਹਦੇ ਵਿੱਚੋਂ ਸਫਾਇਆ ਹੋ ਸਕਦਾ ਹੈ ਜਿਸ ਕਿਸਮ ਦੇ, ਕਿਉਂਕਿ ਹਜੇ ਸਮਾਂ ਬਹੁਤ ਹੈ, ਸਮਾਂ ਹਜੇ 5 ਮਹੀਨੇ ਪਏ ਆ।
5 ਮਹੀਨੇ ਦੇ ਵਿੱਚ ਜੇਕਰ ਕਿਸਾਨ ਉੱਥੇ ਯੂਪੀ ਦੇ ਵਿੱਚ ਡਟ ਜਾਂਦੇ ਨੇ, ਜਿਵੇਂ ਜਿਸ ਕਿਸਮ ਦਾ ਵਿਰੋਧ, ਜਿਸ ਕਿਸਮ ਦੀਆਂ ਗੱਲਾਂ ਉਸ ਯੂਪੀ ਦੇ ਵਿੱਚ ਹੋ ਰਹੀਆਂ ਨੇ, ਉੱਥੋਂ ਹੀ ਲੱਗਦਾ ਹੈ ਕਿ ਯੂਪੀ ਦੇ ਵਿੱਚ ਵੀ ਬਹੁਤ ਵੱਡੇ ਸੰਕਟ ਜਿਹੜੇ ਨੇ ਬੀਜੇਪੀ ਨੂੰ ਸਾਹਮਣੇ ਆ ਸਕਦੇ ਆ। ਔਰ ਦੂਸਰੇ ਪਾਸੇ ਆਪਾਂ ਜਦੋਂ ਉੱਤਰਾਖੰਡ ਦੇ ਵਿੱਚ ਦੇਖਦੇ ਹਾਂ ਤਾਂ ਕਿਉਂਕਿ ਸਾਰੇ ਨਾਲ ਇੱਕ ਦੂਜੇ ਨਾਲ ਜੁੜੇ ਹੋਏ ਸਟੇਟ ਨੇ, ਇਸ ਕਰਕੇ ਉੱਤਰਾਖੰਡ ਦੇ ਵਿੱਚ ਵੀ ਜਿਹੜਾ ਹੈਗੀ ਆ 22 ਦੇ ਵਿੱਚ ਬਹੁਤ ਵੱਡੀਆਂ ਸੰਭਾਵਨਾਵਾਂ ਨੇ ਕਿ ਉੱਥੋਂ ਵੀ ਬੀਜੇਪੀ ਦਾ ਸੁਪਨਾ ਸਾਫ਼ ਹੋ ਸਕਦਾ ਹੈ। ਤੁਸੀਂ ਰਾਜਸਥਾਨ ਦੇ ਵਿੱਚ ਦੇਖੋਗੇ ਕਿ ਰਾਜਸਥਾਨ ਦੇ ਵਿੱਚ ਵੀ ਯੂਪੀ ਜਿਹੜਾ ਹੈਗਾ ਬੀਜੇਪੀ ਦਾ ਵਿਰੋਧ ਜਿਹੜਾ ਹੈਗਾ ਲਗਾਤਾਰ ਵੱਧ ਰਿਹਾ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਪੂਰੇ ਉੱਤਰੀ ਭਾਰਤ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਉੱਤਰੀ ਭਾਰਤ ਦੇ ਵਿੱਚੋਂ ਬੀਜੇਪੀ ਦਾ ਜਿਹੜਾ ਗੜ੍ਹ ਮੰਨੀ ਜਾਂਦੀ ਹੈ, ਜਿਸ ਕਰਕੇ ਬੀਜੇਪੀ ਨੂੰ ਜਾਣਿਆ ਜਾਂਦਾ ਹੈ, ਚਾਹੇ ਉਹ ਯੂਪੀ ਹੋਵੇ ਚਾਹੇ ਉੱਤਰਾਖੰਡ ਹੋਵੇ। ਇਹ ਦੋ ਐਸੇ ਸਟੇਟ ਨੇ ਜਿੱਥੇ ਕਿ ਬੀਜੇਪੀ ਦੇ ਪੈਰ ਲੱਗੇ ਹੋਏ ਸੀਗੇ। ਜੇਕਰ ਪੈਰੇ ਉਖੜਦੇ ਆ ਇਹਨਾਂ ਦੋਨਾਂ ਸਟੇਟਾਂ ਚੋਂ ਤਾਂ ਲਾਜ਼ਮੀ ਤੌਰ ਤੇ 24 ਦੇ ਵਿੱਚ ਤੁਸੀਂ ਦੇਖੋਗੇ ਕਿ ਬਹੁਤ ਵੱਡੀਆਂ ਸੰਭਾਵਨਾਵਾਂ ਨੇ ਕਿ 24 ਦੇ ਵਿੱਚ ਜਿਹੜਾ ਹੈਗਾ ਇੱਕ ਨਵਾਂ ਬਦਲ ਬੀਜੇਪੀ ਦਾ ਉਹ ਪੇਸ਼ ਹੋ ਸਕਦਾ ਹੈ। ਔਰ ਉਹਦੇ ਵਿੱਚ ਕਿਸਾਨਾਂ ਦੀ ਭੂਮਿਕਾ ਜਿਹੜੀ ਹੈਗੀ ਹੈ ਅਹਿਮ ਹੋਏਗੀ। ਔਰ 22 ਦੇ ਵਿੱਚ ਤੁਸੀਂ ਦੇਖੋਗੇ ਕਿ ਜੇਕਰ ਇਹ ਸਾਰੀਆਂ ਚੀਜ਼ਾਂ ਇਸੇ ਤਰ੍ਹਾਂ ਜਾਰੀ ਰਹਿੰਦੀਆਂ ਨੇ, ਜੇਕਰ ਇਹ ਗੱਲਾਂ ਨਹੀਂ ਮੰਨੀਆਂ ਜਾਂਦੀਆਂ, ਜੇਕਰ ਕਿਸਾਨਾਂ ਦੇ 3 ਕਾਲੇ ਕਾਨੂੰਨ ਜਿਹੜੇ ਨੇ ਉਹ ਲਾਗੂ ਹੁੰਦੇ ਆ ਔਰ ਉਹ ਖਤਮ ਨਹੀਂ ਕੀਤੇ ਜਾਂਦੇ, ਤਾਂ ਲਾਜ਼ਮੀ ਤੌਰ ਤੇ ਇਹਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਦੀ ਜਿਹੜੀ ਚੋਣਾਂ ਦੇ ਵਿੱਚ ਬਹੁਤ ਵੱਡੀ ਭੂਮਿਕਾ ਹੋਏਗੀ। ਔਰ ਜੇਕਰ ਵੱਡੀ ਭੂਮਿਕਾ ਹੁੰਦੀ ਹੈ ਤਾਂ ਇਹਦਾ ਮਤਲਬ ਇਹੀ ਹੈ ਕਿ ਉਹ ਸਾਰੀ ਵੋਟ ਜਿਹੜੀ ਹੈਗੀ ਆ ਐਂਟੀ ਬੀਜੇਪੀ ਜਾਏਗੀ। ਵੀ ਜਿਵੇਂ ਬੰਗਾਲ ਦੇ ਵਿੱਚ ਹੋਇਆ, ਹਾਰ ਦੀ ਮਮਤਾ ਨੂੰ ਕਿਸਾਨੀ ਮੂਵਮੈਂਟ ਨੇ ਜਿਤਾਤਾ। ਕਿਸਾਨੀ ਮੂਵਮੈਂਟ ਨੇ ਮਤਲਬ ਪਹਿਲੀ ਵਾਰੀ ਇਹ ਹੋਇਆ ਕਿ ਇੰਨੀਆਂ ਉਹਨਾਂ ਨੂੰ ਵੋਟਾਂ ਜਿਹੜੀਆਂ ਨੇ ਪਈਆਂ ਔਰ ਇੰਨੀਆਂ ਸੀਟਾਂ ਉਹਨਾਂ ਨੇ ਜਿੱਤੀਆਂ। ਔਰ ਪਿਛਲੇ 3 ਵਾਰੀ ਆਪਾਂ ਦੇਖ ਰਹੇ ਹਾਂ 3 ਵਾਰੀ ਚੋਂ ਸਭ ਤੋਂ ਜ਼ਿਆਦਾ ਉਹਨਾਂ ਨੇ ਮਮਤਾ ਨੇ ਸੀਟਾਂ ਜਿੱਤੀਆਂ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜੇਕਰ ਬੀਜੇਪੀ ਬੰਗਾਲ ਤੋਂ ਸਬਕ ਨਹੀਂ ਸਿੱਖ ਰਹੀ, ਜੇਕਰ ਬੀਜੇਪੀ ਪੰਜਾਬ ਤੋਂ ਸਬਕ ਨਹੀਂ ਸਿੱਖ ਰਹੀ, ਜੇਕਰ ਬੀਜੇਪੀ ਹਰਿਆਣੇ ਤੋਂ ਸਬਕ ਨਹੀਂ ਸਿੱਖ ਰਹੀ, ਜੇਕਰ ਬੀਜੇਪੀ ਯੂਪੀ ਚੋਂ ਸਬਕ ਨਹੀਂ ਸਿੱਖ ਰਹੀ, ਤਾਂ ਲਾਜ਼ਮੀ ਤੌਰ ਤੇ ਇਹਨੂੰ ਬਹੁਤ ਸਾਰੀਆਂ ਜਿਹੜੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਏਗਾ। ਔਰ ਇਹ ਸ਼ੁਰੂਆਤ ਦੀ ਹੋ ਚੁੱਕੀ ਹੈ, ਸ਼ੁਰੂਆਤ ਬੰਗਾਲ ਤੋਂ ਹੋਈ ਔਰ ਇਹ ਲਗਾਤਾਰ ਹੁਣ ਉੱਤਰੀ ਭਾਰਤ ਦੇ ਵਿੱਚ ਵਧੇਗੀ। ਔਰ ਜੇਕਰ ਉੱਤਰੀ ਭਾਰਤ ਦੇ ਵਿੱਚ ਇਹ ਵਧਦੀ ਹੈ ਤਾਂ ਆਉਣ ਵਾਲੀਆਂ ਚੋਣਾਂ ਦੇ ਵਿੱਚ 22 ਔਰ 24 ਦੀਆਂ ਚੋਣਾਂ ਦੇ ਵਿੱਚ ਬਹੁਤ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ ਸੁਖਵਿੰਦਰ ਜੀ ਬੀਜੇਪੀ ਦੀਆਂ। ਜੀ ਬਿਲਕੁਲ ਬਿਲਕੁਲ। ਡਾਕਟਰ ਸਾਹਿਬ ਇਹਦੇ ਵਿਚਾਲੇ ਜਦੋਂ ਤੁਸੀਂ ਉੱਤਰੀ ਭਾਰਤ ਦੀ ਗੱਲ ਕਰਦੇ ਹੋ ਤਾਂ ਮੈਨੂੰ ਗੁਰਨਾਮ ਚੜੂਨੀ ਉਹਨਾਂ ਦਾ ਬਿਆਨ ਯਾਦ ਆਉਂਦਾ। ਉਹਨਾਂ ਨੇ ਕਿਹਾ ਕਿ ਜੇ ਸਰਕਾਰ ਨਹੀਂ ਮੰਨਦੀ ਤਾਂ ਪੂਰਾ ਉੱਤਰੀ ਭਾਰਤ ਜਿਹੜਾ ਅਸੀਂ ਬੰਦ ਕਰ ਦਿਆਂਗੇ। ਹਾਲਾਂਕਿ 27 ਸਤੰਬਰ ਦਾ ਸੱਦਾ ਇਹਨਾਂ ਨੇ ਦਿੱਤਾ ਹੋਇਆ ਕਿ ਭਾਰਤ ਬੰਦ ਦਾ ਐਲਾਨ ਉਸ ਦਿਨ ਜਿਹੜਾ ਭਾਰਤ ਬੰਦ ਹੋਵੇਗਾ। ਉੱਤਰੀ ਭਾਰਤ ਬੰਦ ਕਰਨ ਦੀ ਗੱਲ ਜਿੱਥੋਂ ਤੱਕ ਸਾਹਮਣੇ ਆਉਂਦੀ ਹੈ ਤਾਂ ਇਹਦੇ ਵਿਚਾਲੇ ਜਦੋਂ ਅਸੀਂ ਪੰਜਾਬ ਦੀ ਸਿਆਸਤ ਨੂੰ ਦੇਖੀਏ ਤਾਂ ਪਿਛਲੇ ਦਿਨੀ ਗਵਰਨਰ ਸਾਹਿਬ ਦੀ ਨਿਯੁਕਤੀ ਕੀਤੀ ਗਈ, ਉਹ ਮੋਦੀ ਸਾਹਿਬ ਨੂੰ ਵੀ ਮਿਲ ਕੇ ਆਏ ਉੱਥੇ। ਤੇ ਇਧਰ ਪੰਜਾਬ ਦੇ ਵਿੱਚ ਵੀ ਬਹੁਤ ਕੁਝ ਇਹੋ ਜਿਹਾ ਜਿਹੜਾ ਬਦਲਵਾਂ ਜਿਹੜਾ ਬੀਜੇਪੀ ਦੀ ਸਿਆਸਤ 'ਚ ਨਜ਼ਰ ਆ ਰਿਹਾ। ਹਰਦੀਪ ਸਿੰਘ ਪੁਰੀ ਹੋਣੀ ਜਾਂ ਜਿਹੜੇ ਬਾਕੀ ਉਹਨਾਂ ਦੇ ਨਾਲ ਉੱਪਰ ਲਾਏ ਹੋਏ ਨੇ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਚੋਣਾਂ ਦੇ ਵਿੱਚ ਅਸੀਂ ਜਾਣਾ ਆ, ਲੋਕਾਂ ਦੇ ਵਿੱਚ ਜਾਣਾ, ਉਹਨੂੰ ਲੈ ਕੇ ਉਹ ਤਿਆਰੀਆਂ ਪੰਜਾਬ ਦੇ ਇੰਚਾਰਜ ਲਾਉਣੇ, ਇਹਨੂੰ ਸਾਰੇ ਨੂੰ ਕਿੱਦਾਂ ਦੇਖਦੇ ਹੋ ਕਿ ਬੀਜੇਪੀ ਪੰਜਾਬ 'ਚ ਕੀ ਕਰਨ ਜਾ ਰਹੀ ਹੈ, ਸੰਕੇਤ ਕੀ ਦਿੱਤਾ ਜਾ ਰਿਹਾ? ਗੈਰ ਪੰਜਾਬੀ ਜਿਹੜੇ ਨੇ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਉੱਭਰ ਕੇ ਸਾਹਮਣੇ ਆਉਣਗੇ ਜਿਨ੍ਹਾਂ ਦਾ ਪੰਜਾਬ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਜਾਂ ਪੰਜਾਬ ਦੇ ਵਿੱਚ ਨਹੀਂ। ਹਾਲਾਂਕਿ ਹਰਦੀਪ ਸਿੰਘ ਪੁਰੀ ਉਹਨਾਂ ਨੂੰ ਲੈ ਕੇ ਕਿਹਾ ਜਾਂਦਾ ਕਿ ਉਹ ਸਿੱਖ ਫੇਸ ਨੇ, ਪਰ ਅੰਮ੍ਰਿਤਸਰ ਦੇ ਵਿੱਚ ਇੱਕ ਟ੍ਰੇਲਰ ਦੇਖ ਲਿਆ ਗਿਆ ਬੀਜੇਪੀ ਵੱਲੋਂ। ਪਰ ਹੁਣ ਕਿੱਦਾਂ ਦਾ ਮੰਨੀਏ ਆਪਾਂ ਕਿ ਗਵਰਨਰ ਸਾਹਿਬ ਦੀ ਨਿਯੁਕਤੀ ਹੋਣਾ ਤੇ ਇਧਰਲੇ ਪਾਸੇ ਇੰਚਾਰਜ ਹੋਣਾ ਤੇ ਇਧਰਲੇ ਪਾਸੇ ਪੰਜਾਬ ਦੇ ਵਿੱਚ ਜਿਹੜੇ ਬੀਜੇਪੀ ਲੀਡਰ ਬੈਠੇ ਨੇ ਉਹ ਕਹਿੰਦੇ ਨੇ ਕਿ ਸਰਕਾਰ ਹੀ ਸਾਡੀ ਬਣ ਜਾਣੀ ਹੈ 2022 ਦੇ ਵਿੱਚ। ਸੁਖਵਿੰਦਰ ਜੀ ਦੇਖੋ, ਜਿਹੜੀ ਗਵਰਨਰ ਦੀ ਗੱਲ ਹੈ ਜਿੱਥੋਂ ਤੱਕ, ਉਹ ਜਿਸ ਦੀ ਸੱਤਾ ਜਿਹੜੀ ਸੈਂਟਰ ਦੇ ਵਿੱਚ ਹੁੰਦੀ ਹੈ, ਸੈਂਟਰ ਗਵਰਨਮੈਂਟ ਜਿਹਦੀ ਹੁੰਦੀ ਹੈ, ਉਹਦੀ ਹੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੇ ਸਟੇਟਾਂ ਦੇ ਵਿੱਚ ਗਵਰਨਰ ਰਿਟਾਇਰ ਹੁੰਦੇ ਆ ਜਾਂ ਜਿਨ੍ਹਾਂ ਦੀ ਅਵਧੀ ਪੂਰੀ ਹੋ ਜਾਂਦੀ ਹੈ ਤਾਂ ਉਹਨਾਂ ਦੀ ਜਗ੍ਹਾ ਨਵੇਂ ਗਵਰਨਰ ਉਹ ਆਪਣੀ ਪਾਰਟੀ ਦੇ ਵਿੱਚੋਂ ਹੀ ਚੁਣਦੇ ਆ। ਇਹ ਲਾਜ਼ਮੀ ਹੁੰਦਾ। ਜੇਕਰ ਕਾਂਗਰਸ ਦੀ ਜਿਹੜੀ ਸੱਤਾ ਹੋਏਗੀ ਤਾਂ ਕਾਂਗਰਸ ਦਾ ਗਵਰਨਰ ਹੀ ਲੱਗੇਗਾ। ਜੇਕਰ ਹੁਣ ਬੀਜੇਪੀ ਦੀ ਸੱਤਾ ਹੈ ਤਾਂ ਬੀਜੇਪੀ ਦੇ ਵਿੱਚੋਂ ਹੀ ਗਵਰਨਰ ਲੱਗੇਗਾ। ਔਰ ਤੁਸੀਂ ਪਿਛਲਾ ਜਿਹੜੇ ਗਵਰਨਰ ਸੀਗੇ ਸਾਡੇ ਪੰਜਾਬ ਦੇ ਉਹ ਵੀ ਬੀਜੇਪੀ ਦੇ ਜਿਹੜੇ ਸੀਗੇ ਉਹ ਨੁਮਾਇੰਦੇ ਸੀਗੇ। ਸੋ ਇਸ ਕਰਕੇ ਇਹ ਤਾਂ ਉਹਦੇ ਵਿੱਚੋਂ ਇੱਕ ਕੁਦਰਤੀ ਵਰਤਾਰਾ ਹੈ ਕਿ ਜਿਹਦੀ ਵੀ ਸੱਤਾ ਹੋਏਗੀ ਸੈਂਟਰ ਦੇ ਵਿੱਚ, ਸੈਂਟਰ ਗਵਰਨਮੈਂਟ ਹੋਏਗੀ ਤਾਂ ਉਹਨੇ ਆਪਣੇ ਹੀ ਜਿਹੜੇ ਨੇ ਗਵਰਨਰ ਵੱਖ-ਵੱਖ ਸਟੇਟਾਂ 'ਚ ਲਾਉਣੇ ਆ। ਸੋ ਦੂਸਰੀ ਗੱਲ, ਕਿਉਂਕਿ ਹੁਣ ਚੋਣਾਂ ਨੇ ਅਗਲੀਆਂ, ਸਾਨੂੰ ਇਹ ਸਮਝ ਲੈਣਾ ਚਾਹੀਦਾ ਕਿ ਚੋਣਾਂ ਦੇ ਵਿੱਚ ਜੇ ਆਪਾਂ ਦੇਖਦੇ ਹਾਂ ਕਿ 5 ਮਹੀਨੇ ਕੁਝ ਵੀ ਨਹੀਂ ਹੁੰਦੇ। ਸੋ ਇਸ ਕਰਕੇ ਵੱਖ-ਵੱਖ ਪਾਰਟੀਆਂ ਹੁਣ
ਜ਼ੋਰ ਅਜ਼ਮਾਈ ਜਿਹੜੀ ਹੈ ਉਹ ਕਰ ਰਹੀਆਂ ਨੇ। ਜਿਵੇਂ ਤੁਸੀਂ ਦੇਖਿਆ ਕਿ ਕਾਂਗਰਸ ਦੇ ਵਿੱਚ ਉਹਨਾਂ ਨੇ ਨਵਜੋਤ ਸਿੱਧੂ ਨੂੰ ਅੱਗੇ ਲਾਇਆ, ਪ੍ਰਧਾਨਗੀ ਜਿਹੜੀ ਹੈਗੀ ਹੈ ਨਵਜੋਤ ਸਿੰਘ ਸਿੱਧੂ ਨੂੰ ਦਿੱਤੀ ਗਈ। ਉਹਨਾਂ ਨੂੰ ਲੱਗਦਾ ਸੀਗਾ ਕਿ ਨਵਜੋਤ ਸਿੰਘ ਸਿੱਧੂ ਤੇ ਦਾ ਖੇਡਿਆ ਜਾਏ। ਇਸੇ ਤਰ੍ਹਾਂ ਤੁਸੀਂ ਦੇਖੋਗੇ ਕਿ ਆਮ ਆਦਮੀ ਪਾਰਟੀ ਭਗਵੰਤ ਮਾਨ ਦੇ ਉੱਤੇ ਦਾ ਖੇਡਣਾ ਚਾਹੁੰਦੀ ਹੈ, ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣਾ ਚਾਹੁੰਦੀ ਹੈ। ਇਸੇ ਤਰ੍ਹਾਂ ਬਾਕੀ ਪਾਰਟੀਆਂ ਵੀ ਜਿਹੜੀਆਂ ਨੇ, ਆਪਾਂ ਦੇਖਿਆ ਹੈ ਕਿ ਅਕਾਲੀ ਦਲ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਇਹੀ ਕਿਹਾ ਕਿ ਅਸੀਂ 100 ਦਿਨ ਜਿਹੜੇ ਨੇ ਉਹ ਲਗਾਤਾਰ ਪੰਜਾਬ ਦੇ ਵਿੱਚ ਰੈਲੀਆਂ ਕਰਾਂਗੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਵੱਖ-ਵੱਖ ਪਾਰਟੀਆਂ ਇਸ ਵੇਲੇ ਪੋਲੀਟੀਕਲ ਆਪਣੀਆਂ ਜਿਹੜੀਆਂ ਐਕਟੀਵਿਟੀਜ਼ ਨੇ ਉਹਨਾਂ ਨੂੰ ਸ਼ੁਰੂ ਕੀਤਾ ਹੈ, ਔਰ ਇਹਦਾ ਮਕਸਦ ਇਹੀ ਹੈ ਕਿ 24 ਦੀਆਂ ਜਿਹੜੀਆਂ 22 ਦੀਆਂ ਚੋਣਾਂ ਨੇ ਉਹ ਕਿਵੇਂ ਨਾ ਕਿਵੇਂ ਉਹਦੇ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਈ ਜਾਵੇ ਔਰ ਉਹਨਾਂ ਨੂੰ ਜਿੱਤਿਆ ਜਾਵੇ। ਆਪਾਂ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਕਿਸਮ ਦਾ ਵਿਰੋਧ ਬੀਜੇਪੀ ਦਾ ਪੰਜਾਬ ਦੇ ਵਿੱਚ ਹੋਇਆ, ਮੈਨੂੰ ਲੱਗਦਾ ਹੈ ਕਿ ਪੂਰੇ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਬਹੁਤ ਘੱਟ ਵਿਰੋਧ ਜਿਹੜੇ ਨੇ, ਚਾਹੇ ਹਰਿਆਣੇ ਦੀ ਗੱਲ ਕਰਦੇ ਆ ਜਾਂ ਹੋਰ ਜਿੱਥੇ ਵੱਖ-ਵੱਖ ਸਟੇਟਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਬੀਜੇਪੀ ਦਾ ਜਿਸ ਕਿਸਮ ਦੇ ਨਾਲ ਵਿਰੋਧ ਸ਼ੁਰੂ ਹੋਇਆ, ਉੱਥੋਂ ਹੀ ਲੱਗਦਾ ਹੈ ਕਿ ਬਹੁਤ ਘੱਟ ਸੰਭਾਵਨਾਵਾਂ ਨਜ਼ਰ ਆਉਂਦੀਆਂ ਨੇ। ਬੇਸ਼ੱਕ ਬੀਜੇਪੀ ਨੂੰ ਕਿਤੇ ਨਾ ਕਿਤੇ, ਜਿਵੇਂ ਪਹਿਲਾਂ ਵੀ ਆਪਾਂ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਫੇਰ ਬੰਗਾਲ ਦੀ ਦਵਾਂਗਾ ਕਿ ਬੰਗਾਲ ਦੇ ਵਿੱਚ ਸ਼ੁਰੂ ਦੇ ਵਿੱਚ ਇਹਨਾਂ ਨੂੰ ਲੱਗਦਾ ਸੀਗਾ ਕਿ ਅਸੀਂ ਮਮਤਾ ਜੀ ਨੂੰ ਬਹੁਤ ਈਜ਼ੀਲੀ ਹਰਾ ਦਾਂਗੇ ਔਰ ਉੱਥੋਂ ਘੱਟੋ ਘੱਟ 200 ਸੀਟਾਂ ਸਾਡੀਆਂ ਆਉਣਗੀਆਂ, ਜਾਂ ਘੱਟੋ ਘੱਟ ਇਹ ਤਾਂ ਜ਼ਰੂਰ ਲੱਗਦਾ ਸੀਗਾ ਬੀਜੇਪੀ ਨੂੰ ਕਿ ਸਾਡੀ ਸਰਕਾਰ ਉੱਥੇ ਬਣੇਗੀ, ਕਿਉਂਕਿ 10 ਸਾਲਾਂ ਤੋਂ ਲਗਾਤਾਰ ਮਮਤਾ ਜੀ ਉੱਥੇ ਜਿਹੜੇ ਸੀ ਉਹਨਾਂ ਨੇ ਸੱਤਾ ਜਮਾਈ ਹੋਈ ਸੀਗੀ। ਪਰ ਕੀ ਹੋਇਆ ਕਿ ਇਸ ਸੰਘਰਸ਼ ਨੇ, ਮੈਂ ਫੇਰ ਕਹਾਂਗਾ ਕਿ ਇਸ ਨੂੰ ਸਮਝਣ ਦੀ ਲੋੜ ਹੈ ਕਿ ਕਿਉਂ ਉੱਥੇ ਮਮਤਾ ਜੀ ਦੁਬਾਰਾ ਆਏ ਤੀਜੀ ਵਾਰ, ਕਿਸ ਲਈ, ਕਿਉਂ ਉਹਨਾਂ ਨੂੰ ਮਤਲਬ ਲੋਕਾਂ ਨੂੰ ਮਜਬੂਰ ਹੋਣਾ ਪਿਆ ਇਕੱਠੇ ਹੋਣ ਲਈ। ਉਹ ਇਸ ਲਈ ਮਜਬੂਰ ਹੋਣਾ ਪਿਆ ਕਿਉਂਕਿ ਉੱਥੇ ਦੇ ਲੋਕਾਂ ਨੂੰ ਇਹ ਸਮਝ ਆ ਗਿਆ ਕਿ ਜੇਕਰ ਅਸੀਂ ਮਮਤਾ ਜੀ ਨੂੰ ਨਹੀਂ ਲੈ ਕੇ ਆਉਂਦੇ ਤਾਂ ਲਾਜ਼ਮੀ ਤੌਰ ਤੇ ਉਹਦੀ ਇਵਜ਼ ਦੇ ਵਿੱਚ, ਉਹਦੇ ਮੁਕਾਬਲੇ ਦੇ ਉੱਤੇ ਬੀਜੇਪੀ ਦੁਬਾਰਾ ਆ ਸਕਦੀ ਹੈ। ਸੋ ਬੀਜੇਪੀ ਨੂੰ ਹਰਾਉਣ ਦੇ ਲਈ ਜਿਹੜਾ ਕਿ ਕਿਸਾਨਾਂ ਨੇ ਜਾ ਕੇ ਨਾਅਰਾ ਦਿੱਤਾ ਕਿ ਅਸੀਂ ਚਾਹੁੰਦੇ ਹਾਂ ਕਿ ਬੀਜੇਪੀ ਨੂੰ ਵੋਟ ਨਹੀਂ ਪਾਉਣੀ, ਬਾਕੀ ਕਿਸੇ ਮਰਜ਼ੀ ਨੂੰ ਪਾ ਦਿਓ। ਸੋ ਇਸ ਕਰਕੇ ਉੱਥੋਂ ਦੇ ਚੇਤੰਨ ਵੋਟਰਾਂ ਨੇ ਜਿਹੜੀ ਹੈਗੀ ਆ ਸੱਤਾ ਮਮਤਾ ਜੀ ਨੂੰ ਸੌਂਪ ਦਿੱਤੀ ਗਈ ਔਰ ਉਹਦਾ ਨਤੀਜਾ ਕੀ ਨਿਕਲਿਆ ਕਿ ਬੀਜੇਪੀ ਦੀ ਬੁਰੀ ਤਰ੍ਹਾਂ ਹਾਰ ਨਜ਼ਰ ਆਈ। ਸੋ ਇਹੀ ਗੱਲ ਜਿਹੜੀ ਹੈਗੀ ਆਪਾਂ ਜਦੋਂ ਦੇਖਦੇ ਹਾਂ, ਜਦੋਂ ਪੰਜਾਬ ਦੇ ਵਿੱਚ ਜਾਂ ਬਾਕੀ ਸਟੇਟਾਂ ਦੇ ਵਿੱਚ 5 ਸੂਬਿਆਂ ਦੇ ਵਿੱਚ ਚੋਣਾਂ ਹੋਣੀਆਂ ਨੇ ਤਾਂ ਲਾਜ਼ਮੀ ਤੌਰ ਤੇ ਇਹ ਇਤਿਹਾਸ ਵੀ ਦੁਬਾਰਾ ਦੁਹਰਾਇਆ ਜਾਏਗਾ। ਇਹ ਵੱਖ-ਵੱਖ ਸਟੇਟਾਂ ਦੇ ਵਿੱਚ ਜਿਹੜਾ ਹੈਗਾ ਦੁਹਰਾਉਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਪੰਜਾਬ, ਯੂਪੀ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹਟਿਆ। ਸੋ ਮੈਨੂੰ ਇਹ ਲੱਗਦਾ ਹੈ ਕਿ ਬੀਜੇਪੀ ਬੰਗਾਲ ਦੀ ਹਾਰ ਤੋਂ ਨਹੀਂ ਸਿੱਖ ਪਾ ਰਹੀ ਔਰ ਉਹਨੂੰ ਸਿੱਖਣਾ ਚਾਹੀਦਾ ਸੀਗਾ ਕਿ ਆਪਣੇ ਜਿਹੜੇ ਮਸਲੇ ਨੇ, ਇਹ ਕੁਝ ਵੀ ਮਸਲੇ ਨਹੀਂ ਹੈਗੇ। 3 ਕਾਲੇ ਕਾਨੂੰਨ ਵਾਪਸ ਕਰਨੇ, ਇੱਕ ਨਵਾਂ MSP ਦਾ ਕਾਨੂੰਨ ਬਣਾਉਣਾ, ਇਹ ਕੋਈ ਕਿਸੇ ਸੈਂਟਰ ਸਰਕਾਰ ਦੇ ਲਈ ਬਹੁਤੇ ਵੱਡੇ ਮਸਲੇ ਨਹੀਂ ਹੈਗੇ। ਬਿਨਾਂ ਗੱਲ ਤੋਂ ਇਸ ਨੂੰ ਲਟਕਾਇਆ ਜਾ ਰਿਹਾ ਹੈ, ਬਿਨਾਂ ਗੱਲ ਤੋਂ ਇਹਨੂੰ ਜਿਹੜਾ ਹੈਗਾ ਆਪਣਾ ਨੁਕਸਾਨ। ਮੈਨੂੰ ਲੱਗਦਾ ਹੈ ਕਿ ਜਿਵੇਂ ਤੁਸੀਂ ਕਹਾਣੀ ਪੜ੍ਹੀ ਹੋਏਗੀ, ਉਹ ਜਿਹੜਾ ਲੱਕੜਹਾਰਾ ਹੁੰਦਾ ਹੈ ਉਸੇ ਟਾਹਣੀ ਨੂੰ ਕੱਟ ਰਿਹਾ ਜਿਸ ਟਾਹਣੀ ਦੇ ਉੱਤੇ ਬੈਠਾ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਸ ਵੇਲੇ ਬੀਜੇਪੀ ਆਪਣੀ ਜਿੱਥੇ ਬੈਠੀ ਆ ਉਹ ਉਸੇ ਸ਼ਾਖ ਨੂੰ ਕੱਟੀ ਜਾ ਰਹੀ ਹੈ ਔਰ ਨੁਕਸਾਨ ਕੀ ਹੋਏਗਾ, ਅਖੀਰ ਨੂੰ ਉਹਨੇ ਦੜਮ ਦੇ ਕੇ ਗਿਰਨਾ ਹੀ ਗਿਰਨਾ ਹੈ, ਜਿਵੇਂ ਉਹ ਬਾਕੀ ਸਟੇਟਾਂ ਦੇ ਵਿੱਚ, ਬੰਗਾਲ ਦੇ ਵਿੱਚ ਖਾਸ ਤੌਰ ਤੇ ਗਿਰੀ ਹੈ। ਸੋ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ, ਬੇਸ਼ੱਕ ਉਹ ਪੁਰੀ ਸਾਹਿਬ ਨੂੰ ਲਿਆਉਣ ਜਾਂ ਹੋਰ ਬੰਦੇ ਲੈ ਕੇ ਆਉਣ, ਪਰ ਉਹ ਮਸਲਾ ਹੱਲ ਤਾਂ ਹੋਏਗਾ ਜੇਕਰ ਇਹ 3 ਕਾਲੇ ਕਾਨੂੰਨ ਵਾਪਸ ਹੁੰਦੇ ਨੇ। ਜੇਕਰ 3 ਕਾਲੇ ਕਾਨੂੰਨ ਨਹੀਂ ਵਾਪਸ ਹੁੰਦੇ, ਨਵਾਂ MSP ਵਾਲਾ ਕਾਨੂੰਨ ਨਹੀਂ ਬਣਦਾ, ਤਾਂ ਇਹ ਮਸਲਾ ਨਹੀਂ ਹੱਲ ਹੋਏਗਾ। ਚਾਹੇ ਤੁਸੀਂ ਪੁਰੀ ਸਾਹਿਬ ਨੂੰ ਲਿਆਓ, ਚਾਹੇ ਇਵਨ ਮੋਦੀ ਸਾਹਿਬ ਨੂੰ ਮੈਂ ਕਹਿੰਦਾ ਬਣਾ ਦਿਓ ਕਿ ਇੱਥੇ ਮੋਦੀ ਸਾਹਿਬ ਨੂੰ ਅਸੀਂ ਪੰਜਾਬ 'ਚ ਲਿਆਉਣਾ ਚਾਹੁੰਦੇ ਹਾਂ, ਤਾਂ ਵੀ ਜਿਹੜਾ ਹੈਗਾ ਲੋਕਾਂ ਨੇ ਉਹਨਾਂ ਨੂੰ ਵੋਟਾਂ ਨਹੀਂ ਪਾਉਣੀਆਂ। ਸੋ ਉਮੀਦ ਇਹੀ ਕੀਤੀ ਜਾਣੀ ਬਣਦੀ ਹੈ ਕਿ ਬੀਜੇਪੀ ਇਸ ਮਸਲੇ ਨੂੰ, ਇਸ ਸੰਘਰਸ਼ ਨੂੰ ਸਮਝੇਗੀ, ਇਹਦੀ ਪ੍ਰਕਿਰਤੀ ਨੂੰ ਸਮਝੇਗੀ, ਇਹ ਮਸਲੇ ਹੱਲ ਕਰੇਗੀ, ਸੰਵਾਦ, ਡਾਇਲੌਗ ਦਾ ਜਿਹੜਾ ਹੈਗਾ ਮਾਹੌਲ ਬਣਾਏਗੀ। ਜਿਹੜੀ ਗੱਲ ਉਹਨਾਂ ਨੇ ਕਹੀ ਸੀਗੀ ਮੋਦੀ ਸਾਹਿਬ ਨੇ ਕਿਸੇ ਵੇਲੇ ਕਿ ਮੈਂ ਇੱਕ ਫੋਨ ਕਾਲ ਦੀ ਦੂਰੀ ਤੇ ਹਾਂ, ਉਹ ਫੋਨ ਕਾਲ ਆਏਗਾ ਔਰ ਵੱਖ-ਵੱਖ ਜਥੇਬੰਦੀਆਂ ਕਿਸਾਨਾਂ ਦੀਆਂ ਆਪਸ ਦੇ ਵਿੱਚ ਬੈਠਣਗੀਆਂ, ਸਰਕਾਰ ਦੇ ਨਾਲ ਗੱਲਬਾਤ ਹੋਏਗੀ, ਕੋਈ ਨਤੀਜਾ ਜਿਹੜਾ ਹੈਗਾ ਸਾਹਮਣੇ ਆਏਗਾ। ਫਿਰ ਤਾਂ ਅਸੀਂ ਕਹਿ ਦਾਂਗੇ ਕਿ ਇਹ ਸਾਰੀਆਂ ਚੀਜ਼ਾਂ ਸੰਭਵ ਨੇ। ਬਟ ਜਿੰਨੀ ਦੇਰ ਇਹ ਮਸਲਾ ਲਟਕਿਆ ਹੋਇਆ ਉਨੀ ਦੇਰ ਕੋਈ ਸੰਭਾਵਨਾਵਾਂ ਇਸ ਵੇਲੇ ਨਜ਼ਰ ਨਹੀਂ ਆ ਰਹੀ। ਸੁਖਵਿੰਦਰ ਜੀ ਬਿਲਕੁਲ। ਡਾਕਟਰ ਸਾਹਿਬ, ਮੇਰਾ ਆਖਰੀ ਸਵਾਲ ਕਿ MSP ਦੇ ਵਿੱਚ ਵਾਧੇ ਦਾ ਐਲਾਨ ਕੀਤਾ, ਕਿਸਾਨ ਕਹਿੰਦੇ ਨੇ ਕਿ ਲੀਗਲ ਕਰੋ, ਅਸੀਂ ਗਰੰਟੀ ਮੰਗਦੇ ਹਾਂ, ਤੁਸੀਂ ਗਰੰਟੀ ਦੇਣ ਨੂੰ ਤਿਆਰ ਨਹੀਂ, ਤੁਸੀਂ ਵਾਧੇ ਦੀ ਗੱਲ ਕਰਦੇ ਹੋ। ਜਿਹੜੀ ਫਸਲ ਪੰਜਾਬ ਦੇ ਵਿੱਚ ਉਸ ਪੱਧਰ ਤੱਕ ਨਹੀਂ ਹੈਗੀ, ਕਣਕ ਦੀ ਫਸਲ ਹੈ, ਉੱਥੇ ਤੁਸੀਂ 40 ਰੁਪਏ ਦਾ ਵਾਧਾ ਕਰਦੇ ਹੋ, ਸਰੋਂ ਦੇ ਉੱਤੇ ਤੁਸੀਂ 400 ਰੁਪਏ ਦਾ ਵਾਧਾ ਕਰਦੇ ਹੋ। ਪੰਜਾਬ ਦੇ ਵਿੱਚ
ਕਿ ਡਾਈਵਰਸਿਫਿਕੇਸ਼ਨ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਇਹ ਮੁੱਦਾ ਉੱਭਰ ਸਕਦਾ ਹੈ ਕਿ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਨਾਲ ਜੋੜਿਆ ਜਾਏ, ਪਰ ਕਿਸਾਨ ਤਾਂ ਪਹਿਲਾਂ ਹੀ ਕਰਜ਼ਦਾਰ ਨੇ, ਉਹ ਰਿਸਕ ਲੈਣ ਤੋਂ ਡਰਦੇ ਨੇ। ਇਧਰਲੇ ਪਾਸੇ ਕਹਿੰਦੇ ਕਿ ਅਸੀਂ MSP ਨੂੰ ਲੈ ਕੇ ਇੱਕ ਵੱਡਾ ਕਲਿਆਣ ਕਰ ਦਿੱਤਾ ਕਿਸਾਨਾਂ ਦਾ, ਇਹਨੂੰ ਕਿੱਦਾਂ ਦੇਖਦੇ ਹੋ? ਦੇਖੋ, ਸਰਕਾਰਾਂ ਤਾਂ ਹਮੇਸ਼ਾ ਹੀ ਕਹਿੰਦੀਆਂ ਨੇ, ਸਰਕਾਰਾਂ ਤਾਂ ਇਹਨਾਂ 3 ਕਾਲੇ ਕਾਨੂੰਨਾਂ ਬਾਰੇ ਵੀ ਕਹਿ ਰਹੀਆਂ ਨੇ, ਖਾਸ ਤੌਰ ਤੇ ਬੀਜੇਪੀ ਸਰਕਾਰ, ਕਿ ਭਾਈ ਇਹ ਤਾਂ 3 ਕਾਲੇ ਕਾਨੂੰਨ ਜਿਹੜੇ ਨੇ ਬਹੁਤ ਫਾਇਦੇਮੰਦ ਨੇ, ਇਹਦੇ ਨਾਲ ਤੁਹਾਡੀ ਆਮਦਨ, ਕਿਸਾਨਾਂ ਦੀ ਆਮਦਨ ਜਿਹੜੀ ਹੈਗੀ ਆ ਬਹੁਤ ਵੱਧ ਜਾਣੀ ਹੈ, ਤੁਸੀਂ ਵੇਟ ਕਰੋ, ਇੰਤਜ਼ਾਰ ਕਰੋ। ਸੋ ਕਹਿਣ ਦਾ ਮਤਲਬ ਹੈ ਕਿ ਸਰਕਾਰਾਂ ਨੇ, ਆਪਾਂ ਨੂੰ ਵੀ ਪਤਾ ਹੈ ਕਿ ਜੇ 75 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਸਰਕਾਰਾਂ ਦੀ ਆਪਾਂ ਕਾਰਗੁਜ਼ਾਰੀ ਦੇਖਦੇ ਹਾਂ, ਜਾਂ MSP ਦੇ ਜਿਵੇਂ ਰੇਟ ਵਧੇ ਨੇ ਉਹਦੇ ਮੁਕਾਬਲੇ ਅਸੀਂ ਖਰਚ ਜਿਹੜਾ ਹੈਗਾ, ਤੁਸੀਂ ਇੱਕ ਪਾਸੇ 40 ਰੁਪਏ ਦੇ ਕੇ ਇਹ ਕਹਿਣਾ ਚਾਹੁੰਦੇ ਹੋ ਕਿ ਅਸੀਂ ਕਿਸਾਨਾਂ ਨੂੰ ਬਹੁਤ ਕੁਝ ਦੇ ਰਹੇ ਹੋ, ਤੁਸੀਂ ਦੂਜੇ ਪਾਸੇ ਕੀ ਹੈ, ਤੁਸੀਂ ਚਾਹੇ ਉਹ ਖਾਦਾਂ ਦਾ ਰੇਟ ਲੈ ਲਓ, ਤੁਸੀਂ ਅੱਜ ਕੀ ਹੈ ਕਿ ਮੈਨੂੰ ਲੱਗਦਾ ਕਿ ਦੁੱਗਣਾ ਹੋ ਗਿਆ ਪਿਛਲੇ 2 ਸਾਲਾਂ ਦੇ ਵਿੱਚ। ਇਸੇ ਤਰ੍ਹਾਂ ਪੈਟਰੋਲ ਔਰ ਡੀਜ਼ਲ ਦੀ ਗੱਲ ਲੈ ਲਓ, ਮੈਨੂੰ ਲੱਗਦਾ ਅੱਜ ਦੇ ਇਤਿਹਾਸ ਦੇ ਵਿੱਚ 75 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਜਿਸ ਕਿਸਮ ਦੇ ਨਾਲ ਤੇਜ਼ੀ ਦੇ ਨਾਲ ਪੈਟਰੋਲ ਤੇ ਡੀਜ਼ਲ ਔਰ ਗੈਸ ਦੇ ਰੇਟ ਵਧੇ ਨੇ, ਮੈਨੂੰ ਲੱਗਦਾ ਕਿ ਅੱਜ ਤੱਕ ਕਿਸੇ ਨੇ ਸੋਚਿਆ ਵੀ ਨਹੀਂ ਸੀਗਾ। ਸੋ ਉਹ ਰੇਟ ਲੈ ਲਓ, ਇੱਕ ਪਾਸੇ ਮਹਿੰਗਾਈ ਲੈ ਲਓ, ਦੂਜੇ ਪਾਸੇ ਤੁਸੀਂ 40 ਰੁਪਏ ਪਰ ਕੁਇੰਟਲ ਵਧਾ ਕੇ ਇਹ ਕਹਿੰਦੇ ਹੋ ਕਿ ਅਸੀਂ ਕਿਸਾਨਾਂ ਨੂੰ ਬਹੁਤ ਕੁਝ ਦੇਤਾ। ਮੈਨੂੰ ਲੱਗਦਾ ਹੈ ਕਿ ਇਦੋਂ ਵੱਡਾ ਮਜ਼ਾਕ ਕੋਈ ਹੋਰ ਨਹੀਂ ਹੋ ਨਹੀਂ ਸਕਦਾ। ਸੋ ਇੱਕ ਪਾਸੇ ਸੈਂਟਰ ਸਰਕਾਰ, ਜਿਵੇਂ ਤੁਸੀਂ ਕਹਿੰਦੇ ਹੋ ਕਿ ਡਾਈਵਰਸਿਫਿਕੇਸ਼ਨ ਤਾਂ ਹੋ ਸਕਦੀ ਹੈ ਜੇਕਰ ਉਹਨਾਂ ਨੂੰ ਬਕਾਇਦਾ ਤੌਰ ਤੇ ਭਾਅ ਵੀ ਮਿਲੇਗਾ ਔਰ ਉਹਨਾਂ ਦੀਆਂ ਫਸਲਾਂ ਚੱਕੀਆਂ ਜਾਣਗੀਆਂ। ਆਪਾਂ ਨੇ ਦੇਖਿਆ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਗੰਨਾ ਕਿਸਾਨਾਂ ਨੇ, ਜਿਹੜੇ ਗੰਨਾ ਬੀਜਦੇ ਸੀਗੇ, ਉਹਨਾਂ ਦੇ ਬਕਾਏ ਦਾ ਹਜੇ ਤੱਕ ਜਿਹੜਾ ਹੈਗਾ ਭੁਗਤਾਨ ਨਹੀਂ ਸੀ ਹੋ ਰਿਹਾ। ਸੋ ਉਹਨਾਂ ਨੇ ਇੰਨਾ ਵੱਡਾ ਸੰਘਰਸ਼ ਕਰਕੇ ਜਿਹੜਾ ਹੈਗਾ ਬੜੀ ਮੁਸ਼ਕਲ ਦੇ ਨਾਲ ਰੇਟ ਵਧਾਇਆ ਹੈ। ਸੋ ਇੱਕ ਪਾਸੇ ਸਰਕਾਰਾਂ ਤਾਂ ਇਹ ਚਾਹੁੰਦੀਆਂ ਨੇ ਕਿ ਤੁਸੀਂ ਜਿਹੜਾ ਹੈਗਾ 2 ਫਸਲੀ ਚੱਕਰ ਦੇ ਵਿੱਚ ਫਸੇ ਰਹੋ, ਦੂਜੇ ਪਾਸੇ ਉਹ ਉੱਤੋਂ ਕਹਿੰਦੀਆਂ ਨੇ ਕਿ ਅਸੀਂ ਤੁਹਾਡੀ ਫਸਲੀ ਵਿਭਿੰਨਤਾ ਜਿਹੜੀ ਹੈਗੀ ਉਹ ਚਾਹੁੰਦੇ ਆ। ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਅਸਲੀ ਫਸਲੀ ਵਿਭਿੰਨਤਾ ਉਦੋਂ ਹੋਏਗੀ ਜਦੋਂ ਤੁਸੀਂ ਇਹਨਾਂ ਫਸਲਾਂ ਦੇ ਵੱਖ-ਵੱਖ ਜਿਹੜੀਆਂ ਫਸਲਾਂ ਉਗਾਉਣਾ ਚਾਹੁੰਦੇ ਨੇ, ਜਿਹੜੇ ਚਾਹੇ ਨਰਮਾ ਪੱਟੀ ਹੋਵੇ, ਸਾਡੇ ਨਰਮਾ, ਚਾਹੇ ਕਪਾਹ ਦੀ ਗੱਲ ਹੈ, ਚਾਹੇ ਵੱਖ-ਵੱਖ ਸਬਜ਼ੀਆਂ ਜਾਂ ਗੰਨਿਆਂ ਦੀ ਗੱਲ ਹੈ, ਜੇਕਰ ਸਾਡਾ ਕਿਸਾਨ ਉਧਰ ਜਾਣਾ ਚਾਹੁੰਦਾ ਹੈ ਤਾਂ ਹੀ ਉਹ ਜਾਏਗਾ ਜੇਕਰ ਉਹਨਾਂ ਨੂੰ ਪ੍ਰੋਪਰ ਉਹਨਾਂ ਦਾ ਮੰਡੀਕਰਨ ਹੋਏਗਾ ਔਰ ਉਹਨਾਂ ਦਾ ਰੇਟ ਜਿਹੜਾ ਹੈਗਾ 22-23 ਫਸਲਾਂ ਦਾ ਜਿਹਦੇ ਉੱਤੇ MSP ਲਾਉਂਦੀ ਹੈ ਤਾਂ ਉਹਨਾਂ ਨੂੰ ਪ੍ਰੋਪਰ ਰੇਟ ਮਿਲੇਗਾ। ਸੋ ਜੇਕਰ ਇਹ ਸਿਰਫ ਕਾਗਜ਼ੀ ਗੱਲਾਂ ਹੋਣਗੀਆਂ ਤਾਂ ਲਾਜ਼ਮੀ ਤੌਰ ਤੇ ਕਿਸਾਨ ਜਿਹੜਾ ਹੈਗਾ 2 ਫਸਲੀ ਚੱਕਰ ਦੇ ਵਿੱਚ ਫਸਿਆ ਹੋ ਰਹੇਗਾ। ਅੱਜ ਤੱਕ ਉਹ ਇਸ ਲਈ ਫਸਿਆ ਹੋਇਆ ਕਿਉਂਕਿ ਉਹਨੂੰ ਇਹੀ ਲੱਗਦਾ ਹੈ ਕਿ ਬਾਕੀ ਜਿਹੜੀਆਂ ਫਸਲਾਂ ਨੇ ਉਹਨੂੰ ਉਹਦਾ ਪ੍ਰੋਪਰ ਭਾਅ ਨਹੀਂ ਮਿਲਦਾ। ਜੇ ਭਾਅ ਮਿਲਦਾ ਹੈ ਤਾਂ ਉਹ ਬਕਾਇਆ ਜਿਹੜਾ ਹੈਗਾ ਸਰਕਾਰਾਂ ਲੇਟ ਕਰਦੀਆਂ ਨੇ, ਔਰ ਜੇਕਰ ਕਦੇ ਬਕਾਇਆ ਲੇਟ ਹੋ ਜਾਂਦਾ, ਬਾਅਦ ਦੇ ਵਿੱਚ ਮਿਲਦਾ, ਤਾਂ ਕਈ ਵਾਰੀ ਮੰਡੀਕਰਨ ਜਿਹੜਾ ਹੈਗਾ, ਆਪਾਂ ਦੇਖਿਆ ਕਿ ਆਲੂ ਵੀ ਕਿਸਾਨਾਂ ਦੇ ਸੜਕਾਂ ਤੇ ਰੁਲੇ ਨੇ, ਟਮਾਟਰ ਸੜਕਾਂ ਤੇ ਰੁਲੇ ਨੇ, ਮਟਰ ਸੜਕਾਂ ਤੇ ਰੁਲੇ ਨੇ, ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੇ ਕਿਸਾਨ ਉਗਾਉਂਦੇ ਨੇ, ਚਾਹੇ ਪਿਆਜ਼ ਦੀ ਗੱਲ ਕਰੀਏ ਜਾਂ ਇਹ ਚੀਜ਼ਾਂ ਜਿਹੜੀਆਂ ਨੇ ਅਕਸਰ ਆਪਾਂ ਦੇਖਦੇ ਹਾਂ ਕਿ ਕਿਸਾਨ ਵਿਚਾਰੇ ਮਜਬੂਰ ਹੁੰਦੇ ਨੇ ਸੜਕਾਂ ਤੇ ਸੁੱਟਣ ਦੇ ਲਈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਸਰਕਾਰ ਨੂੰ ਕਿਸਾਨਾਂ ਦੇ ਇਸ ਮਿਹਨਤ ਦੇ ਉੱਤੇ ਜੋ ਮਹਿੰਗਾਈ ਵੱਧ ਰਹੀ ਹੈ ਦਿਨੋਂ ਦਿਨ, ਉਹਦੇ ਬਾਰੇ ਵੀ ਜਿਹੜੀ ਹੈਗੀ ਸੋਚਣਾ ਚਾਹੀਦਾ ਹੈ। ਔਰ ਜਿਸ ਕਿਸਮ ਦੇ ਨਾਲ ਮਹਿੰਗਾਈ ਵੱਧ ਰਹੀ ਹੈ ਉਸ ਕਿਸਮ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਦੇ ਰੇਟ ਜਿਹੜੇ ਨੇ ਉਹ ਕਿਸਾਨਾਂ ਨੂੰ ਮਿਲਣੇ ਚਾਹੀਦੇ ਨੇ, ਤਾਂ ਹੀ ਜਿਹੜੀ ਹੈਗੀ ਹੈ ਪ੍ਰੋਪਰ ਕਿਸਾਨ ਜਿਹੜਾ ਹੈਗਾ ਆਪਣਾ ਰੋਜ਼ੀ ਰੋਟੀ ਦਾ ਗੁਜ਼ਾਰਾ ਜਿਹੜਾ ਹੈਗਾ ਉਹ ਕਰ ਸਕੇਗਾ, ਆਪਣਾ ਪਰਿਵਾਰ ਪਾਲ ਸਕੇਗਾ। ਜੇਕਰ ਇਹ ਨਹੀਂ ਹੁੰਦੇ, ਰੇਟ ਨਹੀਂ ਪ੍ਰੋਪਰ ਦਿੱਤੇ ਜਾਂਦੇ, ਤਾਂ ਲਾਜ਼ਮੀ ਤੌਰ ਤੇ ਕਿਸਾਨ ਜਿਹੜਾ ਹੈਗਾ ਜਿਵੇਂ ਅੱਜ ਸੜਕਾਂ ਤੇ ਆਇਆ ਹੋਇਆ, ਇਸ ਲਈ ਸੜਕਾਂ ਤੇ ਆਉਣ ਲਈ ਮਜਬੂਰ ਹੋਏਗਾ, ਜਾਂ ਫਿਰ ਉਹ ਆਪਣੇ ਗਲ ਦੇ ਵਿੱਚ ਰੱਸਾ ਪਾ ਕੇ ਆਪਣੇ ਆਪ ਨੂੰ ਖਤਮ ਕਰੇਗਾ, ਸੁਸਾਈਡ ਵੱਲ ਜਾਏਗਾ। ਸੋ ਦੋਵੇਂ ਤਰੀਕੇ ਨੇ, ਜਾਂ ਤਾਂ ਸੰਘਰਸ਼ ਕਰੇਗਾ ਜਾਂ ਫਿਰ ਸੁਸਾਈਡ ਵੱਲ ਜਾਏਗਾ। ਸੋ ਇਸ ਕਰਕੇ ਆਪਾਂ ਦੇਖ ਸਕਦੇ ਹਾਂ ਕਿ ਹੁਣ ਤੱਕ ਦਾ ਜਿਹੜਾ ਪੰਜਾਬ ਦਾ ਜਾਂ ਹਿੰਦੁਸਤਾਨ ਦਾ ਕਿਸਾਨ ਹੈ ਉਹਨੇ ਦੋਨੇ ਰਸਤੇ ਤੈਅ ਕੀਤੇ ਨੇ। ਉਹ ਲੜ ਵੀ ਰਿਹਾ ਹੈ ਔਰ ਨਾਲ ਆਪਣੀਆਂ ਜਿਹੜੀਆਂ ਸਰਕਾਰਾਂ ਦੀਆਂ ਨੀਤੀਆਂ ਕਰਕੇ ਜੋ ਉਹ ਸਾਰੀਆਂ ਚੀਜ਼ਾਂ ਉਹਦੇ ਨਾਲ ਵਾਪਰ ਰਹੀਆਂ ਨੇ ਉਹਦੇ ਕਰਕੇ ਆਪਣੇ ਆਪ ਨੂੰ ਖਤਮ ਵੀ ਕਰ ਰਿਹਾ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਕਿਸਾਨਾਂ ਨੂੰ ਇਸ ਵੇਲੇ ਵੱਡੀ ਲੜਾਈ ਦਾ ਹਿੱਸਾ ਜਿਹੜਾ ਹੈਗਾ ਬਣਨਾ ਚਾਹੀਦਾ ਹੈ। ਸੁਖਵਿੰਦਰ ਜੀ, ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ। ਤੋ ਸਿੱਧੇ ਸਵਾਲ ਪ੍ਰੋਗਰਾਮ ਦੇ ਵਿੱਚ ਫਿਲਹਾਲ ਲਈ ਇੰਨਾ ਹੀ। ਤੁਸੀਂ ਮੈਨੂੰ ਇਜਾਜ਼ਤ ਦਿਓ, ਆਪਣੇ ਵਿਚਾਰ ਕਮੈਂਟ ਜ਼ਰੂਰ ਕਰੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।